किताब संखेप जीवनी श्री गुरु अर्जन देव जी। लेखक आ मुख्तार ਸਿੰਘ ਗੁਰਾਇਆ। ਗੁਰੂ ਰਾਮਦਾਸ ਜੀ ਵੱਲੋਂ ਤਿੰਨਾਂ ਪੁੱਤਰਾਂ ਦੀ ਪ੍ਰੀਖਿਆ। ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਸਿਹਾਰੀ ਮਲ ਦੇ ਲੜਕੇ ਦੀ ਲਾਹੌਰ ਵਿਖੇ ਸ਼ਾਦੀ ਸੀ। ਉਹ ਗੁਰੂ ਜੀ ਨੂੰ ਸੱਦਾ ਦੇਣ ਲਈ ਆਇਆ ਤਾਂ ਗੁਰਿਆਈ ਦੀਆਂ ਖੇਚਲਾਂ ਅਤੇ ਜ਼ਿੰਮੇਵਾਰੀਆਂ ਤੋਂ ਸਿਹਾਰੀ ਮਲ ਨੂੰ ਜਾਣੂ ਕਰਵਾਇਆ ਕਿ ਵਿਆਹ ਸਮੇਂ ਉਹਨਾਂ ਦੇ ਸੰਬੰਧੀਆਂ ਨੂੰ ਖੇਚਲਾਂ ਹੋਣਗੀਆਂ, ਜਦਕਿ ਅੰਮ੍ਰਿਤਸਰ ਵਿਖੇ ਗੁਰੂ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਉਦਾਸੀ ਹੋਵੇਗੀ। ਇਹਨਾਂ ਦੋਵਾਂ ਪੱਖਾਂ ਦੇ ਸਨਮੁਖ ਉਹਨਾਂ ਨੂੰ ਸ਼ਾਦੀ ਵਿੱਚ ਸ਼ਾਮਲ ਹੋਣਾ ਚੰਗਾ ਨਹੀਂ ਲੱਗੇਗਾ, ਇਸ ਲਈ ਉਹ ਆਪਣੀ ਥਾਂ ਕਿਸੇ ਪੁੱਤਰ ਨੂੰ ਭੇਜ ਦੇਣਗੇ। ਗੁਰੂ ਜੀ ਨੇ ਪਹਿਲਾਂ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਕਿਹਾ, ਜਿਸ ਨੇ ਟਾਲ ਮਟੋਲ ਕੀਤੀ। ਇੱਕ ਤਾਂ ਉਸਦਾ ਮਸੰਦਾਂ ਨਾਲ ਮੇਲ ਜੋਲ ਸੀ ਅਤੇ ਗੁਰਗੱਦੀ 'ਤੇ ਅੱਖ ਸੀ, ਦੂਜੇ ਉਹ ਨਾਨਾ ਗੁਰੂ ਜੀ ਵੱਲੋਂ ਪਿਤਾ ਗੁਰੂ ਜੀ ਨੂੰ ਦਿੱਤੇ ਉਮਰ ਦੇ ਲਗਭਗ 7 ਸਾਲ ਵੀ ਮੁੱਕਣ ਵਾਲੇ ਸਨ, ਜਿਸ ਕਰਕੇ ਉਹ ਗੁਰੂ ਘਰ ਦਾ ਪ੍ਰਬੰਧ ਆਪਣੇ ਹੱਥਾਂ 'ਚੋਂ ਕੁਝ ਸਮੇਂ ਲਈ ਵੀ ਛੱਡਣਾ ਠੀਕ ਨਹੀਂ ਸਨ ਸਮਝਦੇ ਅਤੇ ਉਹ ਕੋਰੀ ਨਾ ਕਰ ਦਿੱਤੀ, ਜਿਸ ਕਾਰਨ ਉਹਨਾਂ ਨੂੰ ਸਿੱਖ ਇਤਿਹਾਸ ਦਾ ਪਹਿਲਾ ਖਲਨਾਇਕ ਆਖਣਾ ਹੀ ਬਣਦਾ ਹੈ। ਉਪਰੰਤ ਗੁਰੂ ਜੀ ਨੇ ਮਹਾਦੇਵ ਜੀ ਨੂੰ ਕਿਹਾ। ਉਸਨੇ ਵੀ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਸਦੀ ਦੁਨਿਆਈ ਝਮੇਲਿਆਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਮਹਾਦੇਵ ਜੀ ਨੇ ਸਾਰੀ ਉਮਰ ਸ਼ਾਦੀ ਨਹੀਂ ਕੀਤੀ ਸੀ। ਉਪਰੰਤ ਜਦੋਂ ਉਹ ਗੁਰੂ ਅਰਜਨ ਦੇਵ ਜੀ ਨੂੰ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਤੁਰੰਤ ਹੱਥ ਜੋੜ ਕੇ ਆਗਿਆ ਵਿੱਚ ਸਿਰ ਨਿਵਾਇਆ ਅਤੇ ਹਲੀਮੀ ਵਿੱਚ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਹ ਤਾਂ ਵਿਆਹ ਵਿੱਚ ਸ਼ਾਮਲ ਹੋਣ ਦਾ ਬੜਾ ਹੀ ਸੌਖਾ ਕੰਮ ਹੈ। ਜੇ ਆਪ ਕਿਸੇ ਮੁਸ਼ਕਿਲ ਕੰਮ ਵਿੱਚ ਸ਼ਾਮਲ ਹੋਣ ਲਈ ਜਿੱਥੇ ਜਾਨ ਨੂੰ ਵੀ ਖਤਰਾ ਹੋਵੇ ਕਹੋਗੇ, ਮੈਨੂੰ ਆਪ ਜੀ ਦੇ ਹੁਕਮ ਦੀ ਪਾਲਣਾ ਕਰਕੇ ਪ੍ਰਸੰਨਤਾ ਹੋਵੇਗੀ। ਗੁਰੂ ਰਾਮਦਾਸ ਜੀ ਇਹ ਸੁਣ ਕੇ ਬਹੁਤ ਪ੍ਰਸੰਨ ਹੋਏ। ਸਤ ਬਚਨ ਕਹਿ ਕੇ ਲਾਹੌਰ ਜਾਣ ਦੀ ਤਿਆਰੀ ਆਰੰਭ ਦਿੱਤੀ। ਗੁਰੂ ਜੀ ਨੇ ਇਹ ਕਹਿ ਕੇ ਉਹਨਾਂ ਦੀ ਸਮੀਖਿਆ ਹੋਰ ਵੀ ਕਠਿਨ ਕਰ ਦਿੱਤੀ ਕਿ ਜਿੰਨਾ ਚਿਰ ਉਹਨਾਂ ਨੂੰ ਬੁਲਾਇਆ ਨਾ ਜਾਵੇ ਉਹ ਲਾਹੌਰ ਤੋਂ ਵਾਪਸ ਨਾ ਆਉਣ। ਗੁਰੂ ਅਰਜਨ ਦੇਵ ਜੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਲਾਹੌਰ ਚੱਲ ਪਏ। ਸ਼ਾਦੀ ਤੋਂ ਵਿਹਲੇ ਹੋਣ ਉਪਰੰਤ ਉਹ ਆਪਣਾ ਸਾਰਾ ਸਮਾਂ ਗੁਰੂ ਅਸਥਾਨ ਵਿੱਚ ਬਣਾਉਣ ਲੱਗੇ। ਚੂਨਾ ਮੰਡੀ, ਜਿੱਥੇ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਸੀ, ਉੱਥੇ ਉਸਾਰੀ ਆਰੰਭ ਕਰ ਦਿੱਤੀ ਅਤੇ ਰੋਜ਼ ਦੀਵਾਨ ਲਗਾਉਣ ਲੱਗ ਪਏ। ਬਾਕੀ ਸਮੇਂ ਵਿੱਚ ਭਗਤਾਂ, ਪੀਰਾਂ, ਫਕੀਰਾਂ ਨੂੰ ਮਿਲ ਕੇ ਉਹਨਾਂ ਨਾਲ ਸਮਾਂ ਗੁਜ਼ਾਰਦੇ। ਇੱਥੇ ਹੀ ਹੋਰਨਾਂ ਤੋਂ ਇਲਾਵਾ ਉਹਨਾਂ ਦਾ ਮੇਲ ਸਾਈਂ ਮੀਆਂ ਮੀਰ ਜੀ ਨਾਲ ਹੋਇਆ। ਗੁਰੂ ਅਰਜਨ ਦੇਵ ਜੀ ਦਾ ਧਿਆਨ ਹਰ ਵੇਲੇ ਗੁਰੂ ਚਰਨਾਂ ਵਿੱਚ ਹੀ ਰਹਿੰਦਾ ਅਤੇ ਜਦ ਉਹਨਾਂ ਨੂੰ ਗੁਰੂ ਪਿਤਾ ਦੀ ਬਹੁਤੀ ਯਾਦ ਸਤਾਉਣ ਲੱਗਦੀ ਤਾਂ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਰਕੇ 2 ਚਿੱਠੀਆਂ ਲਿਖੀਆਂ ਅਤੇ ਇਹਨਾਂ ਵਿੱਚ ਆਪਣੀ ਮਾਨਸਿਕ ਦਸ਼ਾ ਪ੍ਰਗਟਾਈ, ਜਿਹੜੀਆਂ ਪ੍ਰਿਥੀ ਚੰਦ ਦੇ ਹੱਥ ਲੱਗ ਗਈਆਂ। ਜਦੋਂ ਉਹਨਾਂ ਦਾ ਜਵਾਬ ਕੋਈ ਨਾ ਆਇਆ ਤਾਂ ਉਹਨਾਂ ਨੇ ਤੀਜੀ ਚਿੱਠੀ ਲਿਖੀ ਅਤੇ ਜਿਸ 'ਤੇ ਹੱਥ ਭੇਜੀ ਉਸਨੂੰ ਪੱਕੀ ਕੀਤੀ ਕਿ ਗੁਰੂ ਜੀ ਤੱਕ ਪੁੱਜਣੀ ਚਾਹੀਦੀ ਹੈ। ਤੀਜੀ ਚਿੱਠੀ ਪੜ੍ਹ ਕੇ ਗੁਰੂ ਜੀ ਨੇ ਚਿੱਠੀ ਲਿਆਉਣ ਵਾਲੇ ਨੂੰ ਪੁੱਛਿਆ ਕਿ ਪਹਿਲੀਆਂ 2 ਕਿੱਥੇ ਹਨ, ਤਾਂ ਉਸਨੇ ਦੱਸਿਆ ਕਿ ਪ੍ਰਿਥੀ ਚੰਦ ਜੀ ਨਾਲ ਲੈ ਲਈਆਂ ਸਨ ਅਤੇ ਆਪ ਜੀ ਵੱਲੋਂ ਉੱਤਰ ਵੀ ਪਹੁੰਚਾਉਂਦੇ ਰਹੇ ਹਨ। ਗੁਰੂ ਜੀ ਨੇ ਭਰੀ ਸੰਗਤ ਵਿੱਚ ਪ੍ਰਿਥੀ ਚੰਦ ਨੂੰ ਪੁੱਛਿਆ ਤਾਂ ਉਸਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ। ਗੁਰੂ ਜੀ ਨੇ ਇੱਕ ਸੇਵਕ ਨੂੰ ਪ੍ਰਿਥੀ ਚੰਦ ਦੇ ਘਰ ਭੇਜਿਆ ਤਾਂ ਕਾਗਜ਼ ਉਸਦੀ ਕਮੀਜ਼ ਦੀ ਜੇਬ ਵਿੱਚੋਂ ਹੀ ਮਿਲ ਗਏ। ਗੁਰੂ ਜੀ ਨੇ ਸਭ ਦੇ ਸਾਹਮਣੇ ਉਸਦੀ ਕਰਤੂਤ ਦੱਸੀ ਅਤੇ ਆਖਿਆ ਕਿ ਇਹ ਤੇਰਾ ਆਚਰਣ ਜਿਸ ਦੇ ਸਹਾਰੇ ਗੁਰਿਆਈ ਦਾ ਸੁਪਨਾ ਲੈਂਦਾ ਰਿਹਾ ਹੈ। ਗੁਰਿਆਈ ਤਾਂ ਦੇਣ ਮਰ ਗਿਆ, ਇਹ ਤਾਂ ਮੀਣਾ ਦਾ ਧਨ ਹੀ ਇਕੱਠਾ ਕਰਦਾ ਰਿਹਾ ਹੈ ਜਾਂ ਦੁਨੀਆ ਭਰ ਦੀ ਚਤੁਰਾਈ ਸਿੱਖਦਾ ਰਿਹਾ ਹੈ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ 5 ਸਿੱਖ ਨਾਲ ਲੈ ਕੇ ਲਾਹੌਰ ਜਾਓ ਅਤੇ ਗੁਰੂ ਅਰਜਨ ਦੇਵ ਜੀ ਨੂੰ ਨਾਲ ਲੈ ਕੇ ਆਓ ਤਾਂ ਕਿ ਆਉਂਦੇ ਸਾਰ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪੀ ਜਾਵੇ। ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਲੈ ਆਏ ਅਤੇ ਭਰੇ ਦਰਬਾਰ ਵਿੱਚ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਗਾਇਆ ਅਤੇ ਗੁਰੂ ਕੇ ਮਹਿਲ ਵਿਖੇ ਭਰੇ ਦਰਬਾਰ ਵਿੱਚ ਇਹ ਰਸਮ ਕੀਤੀ ਗਈ। ਗੁਰੂ ਰਾਮਦਾਸ ਜੀ ਨੇ 5 ਪੈਸੇ 'ਤੇ ਨਰੇਲ ਰੱਖ ਕੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਪਰਿਕਰਮਾ ਕੀਤੀ ਅਤੇ ਬਚਨ ਕੀਤੇ ਕਿ ਹੁਣ ਗੁਰੂ ਅਰਜਨ ਦੇਵ ਜੀ ਮੇਰਾ ਹੀ ਰੂਪ ਹਨ, ਹੁਣ ਸਭ ਨੇ ਇਹਨਾਂ ਨੂੰ ਹੀ ਗੁਰੂ ਜਾਣਨਾ। ਇਹ 28 ਅਗਸਤ 1581 ਈਸਵੀ ਦਾ ਵਾਕਿਆ ਹੈ। 2 ਦਿਨ ਹੋਰ ਅੰਮ੍ਰਿਤਸਰ ਰਹਿ ਕੇ 31 ਅਗਸਤ ਨੂੰ ਗੁਰੂ ਰਾਮਦਾਸ ਜੀ ਗੋਇੰਦਵਾਲ ਆ ਗਏ ਸਨ। ਗੁਰੂ ਅਰਜਨ ਦੇਵ ਜੀ ਨਾਲ ਹੀ ਸਨ। ਅਗਲੇ ਦਿਨ ਅਰਥਾਤ 1 ਸਤੰਬਰ 1581 ਈਸਵੀ ਨੂੰ ਜੋਤੀ ਜੋਤ ਸਮਾ ਗਏ ਸਨ। ਦਸਤਾਰਬੰਦੀ। ਗੁਰਗੱਦੀ ਦੀ ਜ਼ਿੰਮੇਵਾਰੀ ਤਾਂ ਗੁਰੂ ਰਾਮਦਾਸ ਜੀ ਆਪ ਹੀ ਸੌਂਪ ਗਏ ਸਨ। ਪਰ ਦਸਤਾਰਬੰਦੀ ਦੀ ਮਰਿਆਦਾ ਕਰਨ ਲਈ ਸੰਗਤਾਂ ਆਣ ਜੁੜੀਆਂ। ਪ੍ਰਿਥੀ ਚੰਦ ਚਾਹੁੰਦਾ ਸੀ ਕਿ ਪੱਗ ਉਸਨੂੰ ਬੰਨ੍ਹੀ ਜਾਵੇ ਤਾਂ ਕਿ ਗੁਰੂ ਦਾ ਵਾਰਸ ਕਹਿਲਾ ਸਕੇ। ਹਾਲਾਤ ਦੇ ਸਨਮੁਖ ਇਹ ਫੈਸਲਾ ਕੀਤਾ ਗਿਆ ਕਿ ਪ੍ਰਿਥੀ ਚੰਦ ਦੇ ਵੱਡੇ ਹੋਣ ਦੇ ਨਾਤੇ ਪੱਗ ਉਸਨੂੰ ਦਿੱਤੀ ਜਾਵੇ ਅਤੇ ਦੂਜੀ ਪੱਗ ਗੁਰੂ ਅਰਜਨ ਦੇਵ ਜੀ ਨੂੰ। ਬਾਬਾ ਸ਼੍ਰੀ ਚੰਦ ਜੀ ਨੇ 2 ਹੀ ਪੱਗਾਂ ਭੇਜੀਆਂ ਸਨ। ਭਰੇ ਦੀਵਾਨ ਵਿੱਚ ਇੱਕ ਪੱਗ ਪ੍ਰਿਥੀ ਚੰਦ ਨੂੰ ਬੰਨ੍ਹ ਦਿੱਤੀ ਗਈ ਅਤੇ ਦੂਜੀ ਪੱਗ ਗੁਰੂ ਅਰਜਨ ਦੇਵ ਜੀ ਨੂੰ ਭੇਟ ਕਰ ਦਿੱਤੀ ਗਈ। ਪਰ ਪ੍ਰਿਥੀ ਚੰਦ ਨੇ ਅੱਗੇ ਵੱਧ ਕੇ ਗੁਰੂ ਅਰਜਨ ਦੇਵ ਜੀ ਦੇ ਹੱਥੋਂ ਖੋਹ ਲਈ। ਗੁਰੂ ਜੀ ਅਡੋਲ ਰਹੇ ਅਤੇ ਫਰਮਾਇਆ, ਤੁਸੀਂ ਵੱਡੇ ਹੋ ਭਰਾ,
ਛਿਮਾ ਧਾਰਨ ਕਰੋ, ਕ੍ਰੋਧ ਵੈਰ ਤਿਆਗੋ, ਪਿਆਰ ਦਾ ਵਤੀਰਾ ਰੱਖੋ। ਪੱਗ ਦਾ ਕੀ ਹੈ, ਪਰ ਪ੍ਰਿਥੀ ਚੰਦ ਈਰਖਾ ਦੀ ਅੱਗ ਵਿੱਚ ਸੜਦੇ ਹੀ ਰਹੇ। ਗੁਰੂ ਪਿਤਾ ਦੀ ਆਗਿਆ ਅਨੁਸਾਰ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆ ਗਏ। ਜਦ ਗੁਰਗੱਦੀ ਦੀ ਬਖਸ਼ਿਸ਼ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਮਾਤਾ ਭਾਨੀ ਜੀ ਦੀ ਅਸੀਸ ਲੈਣ ਗਏ ਤਾਂ ਉਹਨਾਂ ਵੀ ਕਿਹਾ ਕਿ ਪ੍ਰਿਥੀ ਚੰਦ ਹੰਕਾਰੀ ਹੋ ਗਿਆ ਹੈ, ਜਦ ਕਿ ਮਹਾਦੇਵ ਨੂੰ ਕੋਈ ਲੱਥੀ ਚੜ੍ਹੀ ਨਹੀਂ। ਇਸ ਲਈ ਇਹ ਗੱਲ ਕਦੇ ਨਾ ਭੁੱਲਣਾ ਕਿ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਪਿਤਾ ਗੁਰੂ ਅਮਰਦਾਸ ਜੀ ਨੇ ਘਾਲ ਕਮਾਈ ਕਰਨ ਵਾਲੇ ਸੱਚੇ ਸੁੱਚੇ ਸੇਵਕ ਹੀ ਚੁਣੇ ਸਨ, ਭਾਵੇਂ ਇਹਨਾਂ ਤਿੰਨਾਂ ਮਹਾਂਪੁਰਸ਼ਾਂ ਦੇ ਦੋ ਦੋ ਆਪਣੇ ਪੁੱਤਰ ਵੀ ਸਨ। ਇਸ ਲਈ ਤੁਸੀਂ ਵੀ ਇਹ ਗਲਤੀ ਨਾ ਖਾਣਾ ਕਿ ਤੁਹਾਨੂੰ ਪੁੱਤਰ ਕਰਕੇ ਗੁਰਿਆਈ ਦੀ ਬਖਸ਼ਿਸ਼ ਹੋਵੇਗੀ। ਮੇਰੀ ਅਸੀਸ ਹੈ ਕਿ ਤੁਸੀਂ ਔਖੇ ਤੋਂ ਔਖੇ ਪਰਚੇ ਵਿੱਚ ਸਫਲਤਾ ਪ੍ਰਾਪਤ ਕਰੋ, ਤਾਂ ਹੀ ਤੁਸੀਂ ਆਪਣੇ ਪਿਤਾ ਗੁਰੂ ਦੀਆਂ ਨਜ਼ਰਾਂ ਵਿੱਚ ਇਸ ਵੱਡੀ ਜ਼ਿੰਮੇਵਾਰੀ ਦੇ ਯੋਗ ਸਮਝੇ ਜਾਓਗੇ। ਪ੍ਰਿਥੀ ਚੰਦ ਵੀ ਪਰਿਵਾਰ ਸਮੇਤ ਅੰਮ੍ਰਿਤਸਰ ਹੀ ਪੁੱਜ ਗਿਆ। ਬਾਬਾ ਮੇਹਰ ਚੰਦ ਅਤੇ ਮਾਣਕ ਚੰਦ, ਜੋ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਸਨ, ਨੇ ਪ੍ਰਿਥੀ ਚੰਦ ਨੂੰ ਸਮਝਾਇਆ ਕਿ ਕੋਈ ਝਗੜਾ ਨਾ ਕਰਨਾ, ਪਰ ਉਹ ਜਿੱਦ ਕਰਕੇ ਆਖ ਰਿਹਾ ਸੀ ਕਿ ਜਿੱਥੇ ਗੁਰੂ ਅਰਜਨ ਹੀ ਜਾਣਗੇ ਮੈਂ ਉੱਥੇ ਹੀ ਜਾਵਾਂਗਾ। ਗੁਰੂ ਅਰਜਨ ਦੇਵ ਜੀ ਦੇ ਉਪਦੇਸ਼। ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਦੀ ਬਖਸ਼ਿਸ਼ ਕਰਨ ਸਮੇਂ ਗੁਰੂ ਅੰਗਦ ਦੇਵ ਜੀ ਨੂੰ ਗੁਰਬਾਣੀ ਦੀ ਸੰਭਾਲ ਅਤੇ ਗੁਰਮੁਖੀ ਅੱਖਰਾਂ ਦਾ ਪ੍ਰਚਾਰ ਕਰਨ ਲਈ ਤਾਕੀਦ ਕੀਤੀ ਸੀ। ਗੁਰੂ ਅਮਰਦਾਸ ਜੀ ਨੇ ਊਚ ਨੀਚ ਦਾ ਭੇਦ ਜੜ੍ਹੋਂ ਮੁਕਾਇਆ, ਔਰਤਾਂ ਦੇ ਪਰਦੇ ਅਤੇ ਸਤੀ ਪ੍ਰਥਾ ਦਾ ਖੰਡਨ ਕੀਤਾ, ਵਿਧਵਾ ਦੇ ਮੁੜ ਵਿਆਹ ਅਤੇ ਸਮਾਜਿਕ ਸੁਧਾਰਾਂ 'ਤੇ ਜ਼ੋਰ ਦਿੱਤਾ ਸੀ। ਸਿੱਖੀ ਦੇ ਪ੍ਰਚਾਰ ਲਈ ਸਾਰੇ ਦੇਸ਼ ਵਿੱਚ 22 ਕੇਂਦਰ ਮੰਜੀਆਂ ਸਥਾਪਿਤ ਕੀਤੇ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦਾ ਨਗਰ ਵਸਾਇਆ। ਗੁਰੂ ਅਰਜਨ ਦੇਵ ਜੀ ਦਾ ਸੰਗਤਾਂ ਨੂੰ ਪਹਿਲਾ ਉਪਦੇਸ਼ ਸੀ ਕਿ ਪੂਰਨ ਨਿਮਰਤਾ ਅਤੇ ਭਗਤੀ ਦਾ ਰਾਹ ਨਾਮ, ਦਾਨ ਅਤੇ ਇਸ਼ਨਾਨ ਦ੍ਰਿੜ ਕਰਨਾ ਹੈ। ਘਰ ਬੈਠਿਆਂ ਗ੍ਰਸਤ ਵਿੱਚ ਹੀ ਉਦਾਸ ਰਹਿਣਾ ਹੈ, ਜੰਗਲਾਂ ਪਹਾੜਾਂ ਵਿੱਚ ਭਟਕਣ ਦੀ ਲੋੜ ਨਹੀਂ। ਗੁਰੂ ਨਾਨਕ ਵੱਲੋਂ ਦਿੱਤੀ ਸਿੱਖਿਆ ਅਨੁਸਾਰ ਅੰਦਰ ਦੀ ਏਕਤਾ ਅਤੇ ਬਾਹਰ ਦੀ ਅਨੇਕਤਾ ਦੋਵਾਂ ਨੂੰ ਬਰਾਬਰ ਚੱਲਦਿਆਂ ਰੱਖਣਾ ਹੈ। ਇਹ ਵੀ ਸਮਝਾਇਆ ਹੈ ਕਿ ਰਸਨਾ ਨਾਲ ਉਸ ਦਾ ਜਾਪ ਕਰਨਾ, ਮਨ ਨਾਲ ਉਸ ਨੂੰ ਪਿਆਰ ਕਰਨਾ, ਗੁਰ ਸ਼ਬਦ ਨੂੰ ਹਿਰਦੇ ਧਾਰਨਾ, ਮਾਇਆ ਨੂੰ ਗੁਜ਼ਾਰੇ ਲਈ ਵਰਤਣਾ ਅਤੇ ਵੰਡ ਛਕਣ ਦਾ ਉਪਦੇਸ਼ ਦੇਣਾ। ਉਸਾਰੀ ਦੇ ਕਾਰਜ। ਅੰਮ੍ਰਿਤਸਰ ਵਿਖੇ ਉਸਾਰੀ ਦੇ ਕੰਮਾਂ ਲਈ ਮਾਇਆ ਦੀ ਵਿਸ਼ੇਸ਼ ਕਰਕੇ ਲੋੜ ਸੀ। ਇਸ ਲਈ ਪ੍ਰਿਥੀ ਚੰਦ ਦੇ ਮਿੱਤਰ ਮਸੰਦਾਂ ਦੀ ਥਾਂ ਨਵੇਂ ਮਸੰਦ ਦੀ ਸਥਾਪਨਾ ਕੀਤੀ ਅਤੇ ਉਹਨਾਂ ਰਾਹੀਂ ਨਾਨਾ ਗੁਰੂ ਜੀ ਵੱਲੋਂ ਸਥਾਪਿਤ ਕੀਤੇ ਪ੍ਰਚਾਰ ਕੇਂਦਰਾਂ ਨਾਲ ਸੰਪਰਕ ਕਾਇਮ ਕੀਤਾ, ਤਾਂ ਜੋ ਉਹ ਉਸਾਰੀ ਦੇ ਕੰਮਾਂ ਵਿੱਚ ਸਿੱਖਾਂ ਵੱਲੋਂ ਦਿੱਤੇ ਦਸਵੰਧ ਗੁਰੂ ਘਰ ਭੇਜਦੇ ਰਹਿਣ। ਇਸ ਤੋਂ ਪਹਿਲੇ ਪ੍ਰਿਥੀ ਚੰਦ ਦੀ ਪਹਿਲੇ ਮਸੰਦਾਂ ਨਾਲ ਨੇੜਤਾ ਹੋਣ ਕਾਰਨ ਭੇਟ ਉਹ ਆਪ ਹੀ ਲੈ ਲੈਂਦਾ ਸੀ ਅਤੇ ਗੁਰੂ ਜੀ ਪਾਸ ਨਹੀਂ ਸੀ ਪੁੱਜਣ ਦਿੰਦਾ। ਗੁਰੂ ਜੀ ਨੂੰ ਇਸ ਸਭ ਵਰਤਾਰੇ ਦਾ ਪਤਾ ਲੱਗ ਚੁੱਕਾ ਸੀ। ਭਾਰ ਧੀਰਜ ਦੀ ਮੁੱਲ ਗੁਰੂ ਜੀ ਚੁੱਪਚਾਪ ਸਹਿਣ ਕਰਦੇ ਹਨ। ਪ੍ਰਿਥੀ ਚੰਦ ਦਾ ਵਿਚਾਰ ਸੀ ਕਿ ਜਦ ਸੰਗਤਾਂ ਲੰਗਰ ਦੀ ਮਾੜੀ ਹਾਲਤ ਵੇਖਣਗੀਆਂ ਤਾਂ ਉਹ ਗੁਰੂ ਜੀ ਵੱਲੋਂ ਮੂੰਹ ਮੋੜ ਲੈਣਗੀਆਂ, ਜਿਸ ਕਾਰਨ ਇੱਕ ਐਸਾ ਸਮਾਂ ਵੀ ਆਇਆ ਕਿ ਲੰਗਰ ਮਸਤਾਨਾ ਹੋ ਗਿਆ ਅਤੇ ਗੁਰੂ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਭੁੱਖੇ ਵੀ ਰਹਿਣਾ ਪਿਆ। ਦਸਵੰਧ ਦੀ ਪ੍ਰਥਾ ਆਰੰਭ ਕਰਨ ਬਾਰੇ ਵੀ ਗੁਰੂ ਅਰਜਨ ਦੇਵ ਜੀ ਨੇ ਹੀ ਸੰਗਤਾਂ ਨੂੰ ਪ੍ਰੇਰਨਾ ਕੀਤੀ ਸੀ। ਉਂਝ ਤਾਂ ਬਹੁਤ ਸੰਗਤਾਂ ਅੰਮ੍ਰਿਤਸਰ ਆ ਕੇ ਸੇਵਾ ਵਿੱਚ ਜੁੜਦੀਆਂ ਸਨ, ਪਰ ਭਾਈ ਬਹਿਲੋ, ਜੋ ਲੱਖੀ ਜੰਗਲ ਦੇ ਵਸਨੀਕ ਸਨ ਅਤੇ ਸੱਖੀ ਸਰਵਰ ਦੇ ਪੁਜਾਰੀ ਸਨ, ਨੂੰ ਅੰਮ੍ਰਿਤਸਰ ਆ ਕੇ ਗੁਰੂ ਘਰ ਦੀ ਸੇਵਾ ਦੀ ਐਨੀ ਲੱਗੀ ਕਿ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਭਾਈ ਬਹਿਲੋ ਸਭ ਤੋਂ ਪਹਿਲੋਂ ਦਾ ਬਚਨ ਕਰਕੇ ਨਿਵਾਜਿਆ। ਗੁਰੂ ਅਰਜਨ ਦੇਵ ਜੀ ਨੇ ਪਿਤਾ ਗੁਰੂ ਰਾਮਦਾਸ ਜੀ ਵੱਲੋਂ ਬੱਧੀ ਮਰਿਆਦਾ ਅਨੁਸਾਰ ਹੀ ਨਿੱਤ ਦੀ ਕਾਰ ਅਤੇ ਦੀਵਾਨ ਦੀ ਮਰਿਆਦਾ ਚਲਾਈ। ਆਪ ਜੀ ਪਹਿਰ ਰਾਤ ਰਹਿੰਦੀ ਜਾਗਦੇ, ਇਸ਼ਨਾਨ ਕਰ ਧਿਆਨ ਵਿੱਚ ਜੁੜਦੇ, ਫਿਰ ਸੰਗਤ ਜਾਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ। ਕਈ ਵਾਰ ਆਪ ਜੀ ਸਰੰਦੇ ਨਾਲ ਕੀਰਤਨ ਕਰਦੇ। ਆਪ ਜੀ ਫਰਮਾਇਆ ਕਰਦੇ ਸਨ ਕਿ ਆਸਾ ਦੀ ਵਾਰ ਸੁਣਨ ਨਾਲ ਦੁੱਖ ਦਰਦ ਦੂਰ ਹੋ ਜਾਂਦੇ ਹਨ, ਕੀਰਤਨ ਸੁਣਨ ਨਾਲ ਪ੍ਰਭੂ ਨਾਲ ਪ੍ਰੇਮ ਉਪਜਦਾ ਹੈ ਅਤੇ ਵਿਸ਼ੇ ਵਿਕਾਰ ਦੂਰ ਹੁੰਦੇ ਹਨ। ਕੀਰਤਨ ਉਪਰੰਤ ਗੁਰੂ ਜੀ ਸਿੰਘਾਸਨ 'ਤੇ ਬਿਰਾਜਦੇ, ਬਚਨ ਕਰਦੇ, ਜੀ ਦਾਨ ਬਖਸ਼ਦੇ, ਭਗਤੀ ਵੱਲ ਲਾਉਂਦੇ ਅਤੇ ਸਿੱਖਾਂ ਦੇ ਮਨਾਂ ਦੀ ਸ਼ੰਕੇ ਨਿਵਰਤ ਕਰਦੇ। ਫਿਰ ਆਪ ਜੀ ਲੰਗਰ ਪੁੱਜਦੇ, ਸੰਗਤਾਂ ਨੂੰ ਸ਼ਾਹ ਵੇਲਾ ਕਰਾਉਂਦੇ ਅਤੇ ਫਿਰ ਉਸਾਰੀ ਦੇ ਕੰਮਾਂ ਵਿੱਚ ਜੁੜ ਜਾਂਦੇ ਅਤੇ ਜਿੱਥੇ ਦੁੱਖ ਭੰਜਨੀ ਬੇਰੀ ਦੇ ਲਾਗੇ 68 ਤੀਰਥ ਸਥਾਨ ਹੈ, ਉੱਥੇ ਆਪ ਬੈਠਦੇ ਅਤੇ ਸਾਰੀਆਂ ਹਦਾਇਤਾਂ ਇੱਥੋਂ ਹੀ ਜਾਰੀ ਕਰਦੇ। ਗੁਰੂ ਰਾਮਦਾਸ ਜੀ ਨੇ ਉਸਾਰੀ ਦਾ ਪਹਿਲਾ ਟੱਕ 68 ਤੀਰਥ ਵਿਖੇ ਹੀ ਲਗਾਇਆ ਸੀ। ਜਦ ਦੁਪਹਿਰ ਹੁੰਦੀ, ਸਭ ਦੇ ਪ੍ਰਸ਼ਾਦ ਛਕਣ ਉਪਰੰਤ ਆਪ ਜੀ ਵੀ ਲੰਗਰ ਛਕਦੇ। ਗੁਰੂ ਜੀ ਲਈ ਕਿਸੇ ਕਿਸਮ ਦੇ ਉਚੇਚ ਹੋਣ ਦਾ ਕੋਈ ਸਵਾਲ ਹੀ ਨਹੀਂ ਸੀ। ਪ੍ਰਸ਼ਾਦ ਦਾ ਛਕਣ ਉਪਰੰਤ ਥੋੜ੍ਹੀ ਦੇਰ ਬਾਅਦ ਆਰਾਮ ਕਰਦੇ ਅਤੇ ਫਿਰ ਵੱਖ-ਵੱਖ ਕੰਮਾਂ ਦੀ ਉਸਾਰੀ ਦੀ ਦੇਖ ਰੇਖ ਕਰਦੇ। ਫਿਰ ਸ਼ਾਮ ਦਾ ਦੀਵਾਨ ਸਾਜਦਾ ਅਤੇ ਰਹਿਰਾਸ ਅਤੇ ਸੋਹਿਲਾ ਸਾਹਿਬ ਦਾ ਪਾਠ ਹੋਣ ਉਪਰੰਤ ਵਿਸ਼ਰਾਮ ਕਰਨ ਲਈ ਕੋਠਾ ਸਾਹਿਬ ਚਲੇ ਜਾਂਦੇ। ਪਿਛਲੇ 20 ਸਾਲਾਂ ਵਿੱਚ 1581 ਤੋਂ 1601 ਈਸਵੀ ਤੱਕ ਉਸਾਰੀ ਦੇ ਕਾਫੀ ਕੰਮ ਨੇਪਰੇ ਚਾੜ੍ਹਨ ਉਪਰੰਤ ਗੁਰੂ ਜੀ ਨੇ 1601 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਸੰਪਾਦਨਾ ਦਾ ਕਾਰਜ ਆਰੰਭ ਕੀਤਾ। ਪ੍ਰਿਥੀ ਚੰਦ ਨੇ ਸੱਤਾ ਅਤੇ ਬਲਵੰਡਾ ਜੀ ਨੂੰ ਵੀ ਚੁੱਕਿਆ ਕਿ ਲੰਗਰ ਤਾਂ ਮਸਤਾਨਾ ਹੋਇਆ ਪਿਆ ਹੈ, ਤੁਸੀਂ ਇੱਥੋਂ ਕੀ ਲੈਣਾ ਹੈ।
ਸੱਤਾ ਜੀ ਦੀ ਲੜਕੀ ਦੀ ਸ਼ਾਦੀ ਸੀ। ਉਸਨੇ ਗੁਰੂ ਜੀ ਨੂੰ ਸਹਾਇਤਾ ਲਈ ਬੇਨਤੀ ਕੀਤੀ, ਪਰ ਗੁਰੂ ਜੀ ਨੇ ਆਪਣੀ ਮਜਬੂਰੀ ਦੱਸੀ ਤਾਂ ਸੱਤਾ ਜੀ ਨੇ ਅੱਗੋਂ ਉੱਚਾ ਨੀਵਾਂ ਬੋਲਿਆ ਕਿ ਅਸੀਂ ਕੀਰਤਨ ਕਰਦੇ ਹਾਂ ਤਾਂ ਹੀ ਸੰਗਤ ਜੁੜਦੀ ਹੈ, ਅਸੀਂ ਹੁਣ ਕੀਰਤਨ ਨਹੀਂ ਕਰਾਂਗੇ। ਗੁਰੂ ਜੀ ਨੇ ਨਿਮਰਤਾ ਨਾਲ ਸਮਝਾਇਆ, ਪਰ ਉਹ ਉੱਚਾ ਨੀਵਾਂ ਬੋਲਣ ਤੋਂ ਬਾਜ਼ ਨਾ ਆਏ, ਜਿਸ 'ਤੇ ਗੁਰੂ ਜੀ ਨੇ ਹੁਕਮ ਕੀਤਾ ਕਿ ਇਹਨਾਂ ਗੁਰੂ ਘਰ ਦੀ ਨਿੰਦਾ ਕੀਤੀ ਹੈ, ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ। ਗੁਰੂ ਜੀ ਨੇ ਆਪ ਸਿਰੰਦੇ ਨਾਲ ਕੀਰਤਨ ਕਰਨਾ ਆਰੰਭ ਕਰ ਦਿੱਤਾ ਅਤੇ ਸੰਗਤ ਉਸੇ ਤਰ੍ਹਾਂ ਜੁੜਨ ਲੱਗ ਪਈ। ਗੁਰੂ ਜੀ ਨੇ ਕੁਝ ਆਪਣੇ ਘਰੋਂ ਅਤੇ ਮੋਹਨ ਜੀ ਅਤੇ ਮੋਹਰੀ ਜੀ ਤੋਂ ਮਾਇਕ ਸਹਾਇਤਾ ਲੈ ਕੇ ਬੁੱਤਾਂ ਸਾਰਨ ਦੀ ਕੋਸ਼ਿਸ਼ ਕੀਤੀ। ਇੱਧਰ ਸੱਤਾ ਜੀ ਅਤੇ ਬਲਵੰਡ ਜੀ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਸੀ। ਦੋਵੇਂ ਪਿਓ ਪੁੱਤ ਸਲਾਹ ਕਰਕੇ ਪਰਉਪਕਾਰੀ ਭਾਈ ਲੱਦਾ ਜੀ ਨੂੰ ਲਾਹੌਰ ਜਾ ਮਿਲੇ, ਜਿਸ ਨੇ ਆਪਣੇ ਸੁਭਾਅ ਅਨੁਸਾਰ ਗੁਰੂ ਜੀ ਤੋਂ ਦੋਹਾਂ ਦੀ ਭੁੱਲ ਬਖਸ਼ਾ ਦਿੱਤੀ। ਇਸ ਪ੍ਰਤੀ ਉਹਨਾਂ ਨੇ ਬਾਣੀ ਵੀ ਉਚਾਰੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਮਕਲੀ ਰਾਗ ਵਿੱਚ ਅੰਗ 966 'ਤੇ ਸੁਸ਼ੋਭਿਤ ਹੈ। ਗੰਗਾ ਰਾਮ ਪੁਰੋਹਿਤ। ਗੰਗਾ ਰਾਮ ਨਾਮ ਦਾ ਇੱਕ ਪੁਰੋਹਿਤ ਜਜਮਾਨਾਂ ਕੋਲੋਂ ਉਗਰਾਹੀ ਕਰਕੇ ਬਾਜਰੇ ਦੇ ਭੰਡਾਰ ਵੇਚਣ ਲਈ ਬਠਿੰਡਾ ਤੋਂ ਆ ਰਿਹਾ ਸੀ। ਲੰਗਰ ਦੀ ਹਾਲਤ ਸੁਣ ਕੇ ਉਸਨੇ 100 ਮਣ ਬਾਜਰਾ ਲੰਗਰ ਲਈ ਭੇਟ ਕਰਨਾ ਚਾਹਿਆ। ਗੁਰੂ ਜੀ ਨੇ ਆਖਿਆ, ਮੁਫਤ ਭੇਟਾਂ ਦੀ ਥਾਂ ਅਸੀਂ ਇਸ ਦਾ ਮੁੱਲ ਤਾਰ ਦੇਵਾਂਗੇ। ਇਸ ਤਰ੍ਹਾਂ ਉਸਨੇ 5 ਦਿਨਾਂ ਵਿੱਚ 500 ਮਣ ਬਾਜਰਾ ਭੇਜਿਆ। ਜਦ ਗੁਰੂ ਜੀ ਰਕਮ ਤਾਰਨ ਲੱਗੇ ਤਾਂ ਉਸਨੇ ਸਿੱਖੀ ਦੀ ਦਾਤ ਮੰਗੀ ਅਤੇ ਕੁਝ ਸਮੇਂ ਬਾਅਦ ਗੁਰੂ ਜੀ ਨੂੰ ਲਿਖਿਆ, ਮੈਂ ਵੀ ਆਪ ਜੀ ਦੀ ਕਿਰਪਾ ਸਦਕਾ ਪੁਰੋਹਿਤ ਛੱਡ ਧਰਮ ਦੀ ਕਿਰਤ ਕਰਕੇ ਰੋਟੀ ਖਾਣ ਲੱਗ ਪਿਆ ਹਾਂ। ਪ੍ਰਿਥੀ ਚੰਦ ਦੀਆਂ ਕਰਤੂਤਾਂ ਅਤੇ ਭਾਈ ਗੁਰਦਾਸ ਜੀ ਆਖਰੇ ਵਿਖੇ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਅਕਬਰ ਬਾਦਸ਼ਾਹ ਗੁਰੂ ਘਰ ਤੋਂ ਪ੍ਰਭਾਵਿਤ ਸੀ। ਉਸ ਨੇ ਇਸ ਪ੍ਰਚਾਰ ਨੂੰ ਖੁੱਲ੍ਹ ਦਿੱਤੀ ਹੋਈ ਸੀ। 1581 ਈਸਵੀ ਵਿੱਚ ਅਕਬਰ ਨੇ ਦੀਨ-ਏ-ਇਲਾਹੀ ਚਲਾਇਆ ਅਤੇ ਉਸ ਸਾਲ ਹੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਮਿਲੀ। ਜਦ ਅਕਤੂਬਰ ਵਿੱਚ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਪੁੱਜੀ ਤਾਂ ਭਾਈ ਗੁਰਦਾਸ ਜੀ ਨੇ ਪ੍ਰਚਾਰ ਦਾ ਕੰਮ ਸਮੇਟ ਕੇ ਅਗਲੇ ਸਾਲ ਜੂਨ 1581 ਈਸਵੀ ਵਿੱਚ ਸੰਗਤਾਂ ਸਮੇਤ ਗੋਇੰਦਵਾਲ ਵੱਲ ਚਾਲੇ ਪਾ ਦਿੱਤੇ। ਗੋਇੰਦਵਾਲ ਵਿਖੇ ਭਾਈ ਮੋਹਨ ਜੀ ਅਤੇ ਮੋਹਰੀ ਜੀ ਨੇ ਕੁਝ ਵੇਖਿਆ ਸੁਣਿਆ ਸੀ, ਭਾਈ ਗੁਰਦਾਸ ਜੀ ਨੂੰ ਦੱਸਿਆ। ਸੁਣਦੇ ਸਾਰ ਹੀ ਭਾਈ ਗੁਰਦਾਸ ਜੀ ਅੰਮ੍ਰਿਤਸਰ ਵੱਲ ਚੱਲ ਪਏ। ਲੰਗਰ ਦੇ ਸਮੇਂ ਸੇਵਾਦਾਰ ਨੇ ਛੋਲਿਆਂ ਦੇ ਆਟੇ ਦੀਆਂ ਰੋਟੀਆਂ ਵਰਤਾਈਆਂ, ਪਰ ਭਾਈ ਗੁਰਦਾਸ ਜੀ, ਜਿਨ੍ਹਾਂ ਗੋਇੰਦਵਾਲ ਸਾਹਿਬ ਦਾ ਲੰਗਰ ਵੇਖਿਆ ਹੋਇਆ ਸੀ, ਬੜੇ ਪਰੇਸ਼ਾਨ ਹੋਏ। ਜਦ ਅੰਦਰ ਜਾ ਕੇ ਵੇਖਿਆ ਤਾਂ ਬੀਬੀ ਭਾਨੀ ਜੀ ਆਪੂ ਲੰਗਰ ਪਕਾ ਰਹੇ ਸਨ। ਇਹ ਵੇਖ ਕੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ। ਮਾਤਾ ਭਾਨੀ ਜੀ ਨੇ ਦੱਸਿਆ, ਵੀਰ ਜੀ, ਇੱਥੇ ਤਾਂ ਪ੍ਰਿਥੀ ਚੰਦ ਨੇ ਬਖੈੜੇ ਕਾਰਨ ਕਿਸੇ ਦਿਨ ਛੋਲਿਆਂ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਲੰਗਰ ਦੀ ਦਸ਼ਾ ਵੇਖ ਕੇ ਸੰਗਤਾਂ ਵੀ ਪਰੇਸ਼ਾਨ ਹਨ, ਪਰ ਗੁਰੂ ਅਰਜਨ ਦੇਵ ਜੀ ਕੁਝ ਨਹੀਂ ਕਹਿੰਦੇ। ਭਾਈ ਗੁਰਦਾਸ ਜੀ ਨੇ ਤੁਰੰਤ ਗੁਰੂ ਜੀ ਨਾਲ ਗੱਲ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਗੁਰੂ ਤਾਂ ਕੋਈ ਧਨ ਪਦਾਰਥਾਂ ਲਈ ਨਹੀਂ ਹੈ। ਪਰ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ, ਮੋਹਰੀ ਜੀ, ਭਾਈ ਸਾਲੋ ਜੀ ਅਤੇ ਕੁਝ ਹੋਰ ਸਿੱਖਾਂ ਨਾਲ ਗੱਲ ਕੀਤੀ ਅਤੇ ਪ੍ਰਿਥੀ ਚੰਦ ਨੂੰ ਸਮਝਾਇਆ ਕਿ ਜੋ ਉਹ ਕਰ ਰਿਹਾ ਹੈ ਠੀਕ ਨਹੀਂ। ਪ੍ਰਿਥੀ ਚੰਦ ਨੇ ਸ਼ਰਮਿੰਦਾ ਹੋਣ ਦਾ ਥਾਂ ਭਾਈ ਸਾਹਿਬ ਨਾਲ ਬੋਲ ਕਬੋਲ ਕੀਤਾ। ਭਾਈ ਗੁਰਦਾਸ ਜੀ ਵੀ ਅੱਗੋਂ ਗੁੱਸੇ ਵਿੱਚ ਆਖਣ ਲੱਗੇ ਕਿ ਗੁਰੂ ਜੀ ਠੀਕ ਹੀ ਆਖਦੇ ਸਨ ਕਿ ਤੂੰ ਮੀਣਾ ਹੈ। ਗੁਰੂ ਸੂਰਜ ਹੈ ਅਤੇ ਤੇਰੇ ਵਰਗੀ ਬਦਲੀ ਨੇ ਸੂਰਜ ਨੂੰ ਛੁਪਾਈ ਰੱਖਣਾ ਹੈ। ਕਟਹਿਣਾ ਸੂਰਜ ਨਹੀਂ ਬਣ ਸਕਦਾ। ਗੁਰੂ ਅਰਜਨ ਦੇਵ ਜੀ ਦੇ ਸ਼ਾਂਤ ਸੁਭਾਅ ਕਾਰਨ ਤੂੰ ਜਿਹੜੀ ਮੌਜ ਉਡਾਈ ਹੈ, ਹੁਣ ਉਹ ਖਤਮ ਸਮਝ। ਇਸ ਪ੍ਰਸੰਗ ਪ੍ਰਥਾਏ ਭਾਈ ਸਾਹਿਬ ਜੀ ਨੇ ਇੱਕ ਵਾਰ ਵੀ ਲਿਖੀ ਹੈ, ਜੋ ਮੀਣਿਆਂ ਦੀ ਵਾਰ ਕਰਕੇ ਪ੍ਰਸਿੱਧ ਹੈ। ਹੁਣ ਭਾਈ ਸਾਹਿਬ ਨੇ ਅੰਮ੍ਰਿਤਸਰ ਨੂੰ ਆਉਂਦੇ ਸਾਰੇ ਰਸਤਿਆਂ ਦੇ ਮੁਖੀ ਸਿੱਖਾਂ ਦੀ ਡਿਊਟੀ ਲਗਾ ਦਿੱਤੀ ਅਤੇ ਆਪ ਬਾਬਾ ਬੁੱਢਾ ਜੀ ਨੂੰ ਲੈ ਕੇ ਗੁਰਦੁਆਰਾ ਪਿਪਲੀ ਸਾਹਿਬ ਪੁਤਲੀ ਘਰ ਚਲੇ ਗਏ ਅਤੇ ਆਉਂਦੀਆਂ ਸੰਗਤਾਂ ਨੂੰ ਕਾਰ ਭੇਟ ਉੱਥੇ ਦੇਣ ਲਈ ਕਿਹਾ। ਨਾਲ ਇਹ ਵੀ ਦੱਸਿਆ ਕਿ ਪ੍ਰਿਥੀ ਚੰਦ ਗੁਰੂ ਘਰ ਤੱਕ ਕਾਰ ਭੇਟ ਨਹੀਂ ਪਹੁੰਚਣ ਦਿੰਦਾ। ਜਦ ਸੰਗਤਾਂ ਖਾਲੀ ਹੱਥ ਪ੍ਰਿਥੀ ਚੰਦ ਨੂੰ ਮਿਲੀਆਂ ਤਾਂ ਪ੍ਰਿਥੀ ਚੰਦ ਨੇ ਗੁੱਸੇ ਵਿੱਚ ਕਈ ਕੁਝ ਉਹਨਾਂ ਨੂੰ ਆਖ ਸੁਣਾਇਆ, ਪਰ ਉਹ ਜਦੋਂ ਗੁਰੂ ਅਰਜਨ ਦੇਵ ਜੀ ਪੁੱਜੇ ਤਾਂ ਉਹ ਸ਼ਾਂਤ ਚਿੱਤ ਕੀਰਤਨ ਕਰ ਰਹੇ ਸਨ। ਤ੍ਰਿਸ਼ਨਾ ਉਹਨਾਂ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਸੀ। ਪਿਸ਼ਾਵਰ ਅਤੇ ਲਾਹੌਰ ਵਰਗੇ ਨਗਰਾਂ ਦੇ ਮਸੰਦ ਵੀ ਹੁਸ਼ਿਆਰ ਹੋ ਗਏ। ਸਾਰੇ ਮਸੰਦਾਂ ਨੂੰ ਸੁਨੇਹੇ ਚੇਤਾਵਨੀਆਂ ਸਮੇਤ ਭੇਜੇ ਗਏ, ਪ੍ਰਿਥੀ ਚੰਦ ਨਾਲ ਕੋਈ ਨਾਤਾ ਨਾ ਰੱਖਣ। ਉਸਾਰੀ ਦੇ ਕੰਮ ਵੀ ਗੁਰੂ ਰਾਮਦਾਸ ਜੀ ਦੇ ਸਮੇਂ ਆਰੰਭ ਹੋ ਗਏ ਅਤੇ ਲੰਗਰ ਵੀ ਅਟੁੱਟ ਵਰਤਣ ਲੱਗਾ। ਸੱਤਾ ਤੇ ਬਲਵੰਡਾ ਵੀ ਖਿਮਾ ਮੰਗ ਕੇ ਵਾਪਸ ਆ ਗਏ। ਪ੍ਰਿਥੀ ਚੰਦ ਦੀ ਖੂਬ ਆਕੜ ਭੱਜੀ, ਜੋ ਹੁਣ ਭਾਈ ਗੁਰਦਾਸ ਜੀ ਪਾਸ ਜਾ ਕੇ ਤਰਲਾ ਮਾਰਨ ਲੱਗਾ ਕਿ ਤੁਸੀਂ ਮੇਰੇ ਵੀ ਤਾਂ ਮਾਮਾ ਜੀ ਹੋ, ਗੁਜ਼ਾਰੇ ਲਈ ਤਾਂ ਕੁਝ ਪ੍ਰਬੰਧ ਕਰਵਾ ਦਿਓ। ਗੁਰੂ ਜੀ ਨੇ ਜਦ ਉਸ ਦੀ ਦਸ਼ਾ ਸੁਣੀ ਅਤੇ ਰੋਟੀ ਤੋਂ ਆਤਰ ਡਿੱਠਾ ਤਾਂ ਨਗਰਾਂ ਦੀਆਂ ਦੁਕਾਨਾਂ ਦਾ ਕਿਰਾਇਆ ਅਤੇ ਮਸੂਲ ਪ੍ਰਿਥੀ ਚੰਦ ਨੂੰ ਦੇ ਦਿੱਤਾ। ਮਹਾਦੇਵ ਨੂੰ ਵੀ ਚੌਂਕ ਪਾਸੀਆਂ ਝੁੰਗੀ ਦੀ ਸਾਰੀ ਆਮਦਨ ਦੇ ਦਿੱਤੀ। ਇਸ ਤਰ੍ਹਾਂ 15 ਸਾਲ ਚੰਗੇ ਲੰਘ ਗਏ। ਪ੍ਰਿਥੀ ਚੰਦ ਦੇ ਕਰਮੋਂ ਉੱਪਰੋਂ ਠੀਕ ਰਹਿੰਦੇ ਸਨ, ਪਰ ਅੰਦਰੋਂ ਖੁਣਸ ਜਾਂਦੇ ਰਹਿੰਦੇ ਸਨ। ਸਰੋਵਰ ਦੀ ਸੰਪੂਰਨਤਾ।
ਅੰਮ੍ਰਿਤਸਰ ਸਰੋਵਰ ਦਾ ਕੰਮ ਸੰਪੂਰਨ ਹੋ ਜਾਣ 'ਤੇ ਗੁਰੂ ਜੀ ਨੇ ਸੰਤੋਖਸਰ ਦਾ ਕੰਮ, ਜਿਸ ਨੂੰ ਗੁਰੂ ਰਾਮਦਾਸ ਜੀ ਪੂਰਾ ਨਹੀਂ ਕਰਵਾ ਸਕੇ ਸਨ, ਆਰੰਭ ਕਰਵਾਇਆ। ਪੁਟਾਈ ਕਰਦਿਆਂ ਥੱਲਿਓਂ ਇੱਕ ਮੱਠ ਨਿਕਲਿਆ, ਜਿਸ ਵਿੱਚ ਇੱਕ ਸਾਧੂ ਸਮਾਧੀ ਅਧੀਨ ਸੀ। ਗੁਰੂ ਜੀ ਨੇ ਬੜੇ ਧਿਆਨ ਨਾਲ ਖੁਦਵਾਈ ਕਰਾਈ ਅਤੇ ਸਾਧੂ ਦੀ ਮਾਲਸ਼ਾਦ ਕਰਕੇ ਜੀਵਤ ਰੂਪ ਵਿੱਚ ਲਿਆਂਦਾ, ਪਰ ਉਸਨੇ ਛੇਤੀ ਹੀ ਪ੍ਰਾਣ ਤਿਆਗ ਦਿੱਤੇ। ਇਸ ਸਰੋਵਰ ਦੀ ਖੁਦਵਾਈ ਅਤੇ ਉਸਾਰੀ ਦਾ ਖਰਚ ਭਾਈ ਸੰਤੋਖ ਨਾਂ ਦੇ ਇੱਕ ਸਿੱਖ ਨੇ ਕੀਤਾ, ਭਾਵੇਂ ਇਹ ਜੱਜਦਾ ਹੀ ਨਹੀਂ ਸੀ ਕਿਸੇ ਇੱਕ ਦੇ ਨਾਂ 'ਤੇ ਇਹ ਸਰੋਵਰ ਬਣਿਆ ਹੋਵੇ। ਇਹ 1588 ਈਸਵੀ ਵਿੱਚ ਮੁਕੰਮਲ ਹੋ ਗਿਆ ਸੀ। ਇੱਕ ਧਾਰਨਾ ਹੈ ਕਿ ਜੇ ਹਰੀ ਦਾ ਦੀਦਾਰ ਕਰਨਾ ਹੈ ਤਾਂ 5 ਸਰੋਵਰਾਂ ਰਾਮਸਰ, ਬਿਬੇਕਸਰ, ਕੌਲਸਰ, ਸੰਤੋਖਸਰ ਅਤੇ ਅੰਮ੍ਰਿਤਸਰ ਦੇ ਦਰਸ਼ਨ ਜ਼ਰੂਰੀ ਹਨ। ਸਰੋਵਰਾਂ ਦੀ ਖੁਦਵਾਈ ਅਤੇ ਤਿਆਰੀ ਉੱਤੇ ਬਹੁਤ ਸਾਰੇ ਸ਼ਰਧਾਲੂ ਸਿੱਖਾਂ ਅਤੇ ਬੀਬੀਆਂ ਨੇ ਕੰਮ ਕੀਤਾ ਸੀ ਅਤੇ ਗੁਰੂ ਜੀ ਪਾਸੋਂ ਅਨੇਕਾਂ ਵਰ ਦੀ ਪ੍ਰਾਪਤੀ ਕੀਤੀ ਸਨ। ਕਿਸੇ ਨੂੰ ਪੁੱਤ ਦੀ ਦਾਤ, ਕਿਸੇ ਨੂੰ ਦੇਹ ਅਰੋਗਤਾ ਦੀ, ਕਿਸੇ ਨੂੰ ਧਨ ਦੀ, ਕਿਸੇ ਨੂੰ ਦੈਵੀ ਗੁਣਾਂ ਦੀ ਦਾਤ ਆਦਿ ਪ੍ਰਾਪਤ ਕੀਤੇ। ਕੋਈ ਭਗਤੀ ਵਿੱਚ ਲੱਗ ਜਾਂਦਾ, ਕੋਈ ਨਾਮ ਦਾਨ ਇਸ਼ਨਾਨ ਦ੍ਰਿੜ ਕਰਦਾ। ਸੇਵਾ ਵਿੱਚ ਨਾਮਣਾ ਖੱਟਣ ਵਾਲੇ ਸਿੱਖਾਂ ਵਿੱਚ ਭਾਈ ਮੰਝ, ਭਾਈ ਸਾਲੋ, ਭਾਈ ਬੰਨੋ ਆਦਿ ਆਉਂਦੇ ਸਨ। ਭਾਈ ਪੁਰੀਆ, ਚੂਹੜ, ਚੌਧਰੀ, ਪੈੜਾ, ਕ੍ਰਿਸ਼ਨਾ, ਬਾਲਾ, ਸਮੁੰਦਾ, ਬੂਲਾ, ਚੇਤੀ, ਤੁਲਸੀਆ, ਬਾਲੂ, ਲਾਲੂ, ਗੋਰਖੂ, ਟੋਡਾ, ਗੋਇੰਦਾ, ਕੁੱਕਾ, ਮੋਹਨ, ਬਾਲਾ, ਮਰਵਾਹ, ਜੋਧਾ ਜੀ ਦੇ ਨਾਂ ਦੱਸਣਯੋਗ ਹਨ। ਬਾਬਾ ਆਦਮ ਦੀ ਵੀ ਸੇਵਾ ਨਿੰਨ ਸੀ। ਸਰਦੀਆਂ ਦੀ ਰੁੱਤ ਸਮੇਂ ਉਹ ਕਿਸੇ ਡੇਰੇ ਵੀ ਜਿੱਥੇ ਸੰਗਤਾਂ ਠਹਿਰਦੀਆਂ ਧੂੰਆਂ ਨਹੀਂ ਬੁੱਝਣ ਦਿੰਦੇ ਸਨ। ਗੁਰੂ ਅਰਜਨ ਦੇਵ ਜੀ ਨੇ ਸੰਗਤ ਵਿੱਚ ਉਹਨਾਂ ਦੀ ਕਠਿਨ ਸੇਵਾ ਬਾਰੇ ਦੱਸਿਆ। ਗੁਰੂ ਜੀ ਨੇ ਉਹਨਾਂ ਦੀ ਮਨੋਕਾਮਨਾ ਪੂਰੀ ਕੀਤੀ ਅਤੇ ਉਹਨਾਂ ਦੇ ਘਰ ਬੁਢਾਪੇ ਵਿੱਚ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ। ਉਹਨਾਂ ਦਾ ਪੁੱਤਰ ਭਾਈ ਭਗਤੂ ਛੋਟੀ ਉਮਰ ਵਿੱਚ ਹੀ ਸੇਵਾ ਵਿੱਚ ਜੁਟ ਗਿਆ। ਉਸ ਨੇ ਮਾਲਵਾ ਵਿੱਚ ਸਿੱਖੀ ਦਾ ਬੋਹਰ ਪ੍ਰਚਾਰ ਕੀਤਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਭਾਈ ਮੰਝ ਦੀ ਸੇਵਾ 'ਤੇ ਬਹੁਤ ਦਿਆਲ ਹੋਏ। ਉਹਨਾਂ ਉਚਾਰਿਆ ਸੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਇੱਧਰ ਗੁਰੂ ਅਰਜਨ ਦੇਵ ਜੀ ਬਾਰੇ ਭੱਟ ਕਹਿੰਦੇ ਹਨ ਕਿ ਕਲਯੁਗ ਜਹਾਜ਼ ਗੁਰੂ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰ। ਗੁਰੂ ਜੀ ਤਾਂ ਬਚਪਨ ਵਿੱਚ ਹੀ ਬਾਣੀ ਕਾ ਬੋਹਿਥਾ ਦਾ ਵਰ ਨਾਨਾ ਗੁਰੂ ਜੀ ਤੋਂ ਲੈ ਚੁੱਕੇ ਸਨ। ਭਾਈ ਮੰਝ ਅਥਾਹ ਸ਼ਰਧਾ ਅਤੇ ਨਿਮਰਤਾ ਸਦਕਾ ਹੀ ਗੁਰੂ ਕਾ ਬੋਹਿਥਾ ਬਣ ਸਕੇ ਸਨ। ਸਖੀ ਸਰਵਰੀਆਂ, ਸੁਲਤਾਨੀਆਂ, ਪੀਰਾਂ ਆਦਿ ਬਾਰੇ। ਇਸਲਾਮ ਦੇ ਫੈਲਣ ਵਿੱਚ ਹਕੂਮਤ ਦੇ ਜ਼ੋਰ ਜ਼ਬਰ ਦਾ ਬਹੁਤ ਹੱਥ ਸੀ, ਪਰ ਦੂਜੇ ਪਾਸੇ ਇਹ ਗੱਲ ਵੀ ਬਹੁਤ ਪ੍ਰਸਿੱਧ ਹੋ ਗਈ ਸੀ ਕਿ ਬਾਬਾ ਫਰੀਦ ਜੀ ਦੀ ਮਿਠਾਸ ਭਰੀ ਬਾਣੀ ਨੇ ਜਿੰਨੇ ਮੁਸਲਮਾਨ ਬਣਾਏ, ਓਨੇ ਔਰੰਗਜ਼ੇਬ ਦੀ ਤਲਵਾਰ ਨੇ ਨਹੀਂ ਬਣਾਏ ਹੋਣੇ। ਦੂਜਾ ਕਾਰਨ ਇਹ ਸੀ ਕਿ ਜਿੱਥੇ ਉੱਚ ਜਾਤੀਏ ਹਿੰਦੂ ਆਪਣੇ ਲਾਲਚ ਦੀ ਖਾਤਰ ਇਸਲਾਮੀ ਰਾਜ ਨਾਲ ਜੁੜ ਗਏ ਸਨ, ਉੱਥੇ ਅਖੌਤੀ ਸ਼ੂਦਰ ਉੱਚ ਜਾਤੀਏ ਹਿੰਦੂਆਂ ਦੀ ਨਫ਼ਰਤ ਕਾਰਨ ਸਹਿਜੇ ਹੀ ਇਸਲਾਮ ਧਾਰਨ ਕਰ ਲੈਂਦੇ ਸਨ। ਭਾਵੇਂ ਗੁਰੂ ਨਾਨਕ ਦੇਵ ਜੀ ਅਛੂਤ ਜਾਤੀਆਂ ਨਾਲ ਖੜ੍ਹੇ ਹੋਏ, ਆਪਣੇ ਆਪ ਨੂੰ ਉਹਨਾਂ ਨੀਵਿਆਂ ਨਿਤਾਣਿਆਂ ਨਾਲ ਖੜ੍ਹਾ ਕੀਤਾ ਅਤੇ ਜਾਤ ਪਾਤ ਦੇ ਬੰਧਨ ਤੋੜ ਦਿੱਤੇ। ਇਸ ਦੇ ਨਾਲ ਹੀ ਕਿਰਤ ਦੀ ਮਹੱਤਤਾ ਦੱਸ ਕੇ ਹਕੂਮਤ ਵੱਲੋਂ ਦਿੱਤੇ ਲਾਲਚ ਵਿੱਚੋਂ ਕੱਢ ਲਏ ਸਨ। ਹੁਣ ਪੇਂਡੂ ਮਨਾਂ ਵਿੱਚੋਂ ਪੀਰਾਂ ਦੀ ਪਕੜ ਕੱਢਣੀ ਬਾਕੀ ਸੀ। ਇਹ ਕਾਰਜ ਗੁਰੂ ਅਰਜਨ ਦੇਵ ਜੀ ਨੇ ਸੰਭਾਲਿਆ। ਇਸ ਵਿੱਚ ਸਖੀ ਸਰਵਰਾਂ ਦਾ ਵੀ ਬਹੁਤ ਹੱਥ ਸੀ। ਪੰਜਾਬ ਦੀ ਬਹੁਤੀ ਜੱਟ ਵਸੋਂ ਸਖੀ ਸਰਵਰੀਆਂ ਜਾਂ ਸੁਲਤਾਨੀਆਂ ਦੇ ਪ੍ਰਭਾਵ ਹੇਠ ਹਿੰਦੂਪੁਣਾ ਛੱਡ ਚੁੱਕੀ ਸੀ। ਕਨ੍ਹੱਈਆ ਲਾਲ ਅਨੁਸਾਰ ਗੁਰੂ ਨਾਨਕ ਦੇਵ ਜੀ ਸਰਵਰ ਸੁਲਤਾਨ ਦੀ ਵੱਡੀ ਗੱਦੀ 'ਤੇ ਗਏ ਸਨ ਅਤੇ ਕਬਰ ਪੂਜਾ ਤੋਂ ਲੋਕਾਂ ਨੂੰ ਵਰਜਿਆ ਸੀ। ਹੋ ਸਕਦਾ ਹੈ ਕਿ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਵਿਖੇ ਜੋਤ ਜਗਾਉਣ ਲਈ ਭੇਜਿਆ ਸੀ। ਇਸ ਤਰ੍ਹਾਂ ਹੀ ਗੋਬਿੰਦਵਾਲ ਦੇ ਵਸ ਜਾਣ ਨਾਲ ਸਰਵਰੀਆਂ ਦੇ ਰਸੂਖ ਦਾ ਕਾਫੀ ਨੁਕਸਾਨ ਹੋਇਆ ਸੀ। ਇਸ ਕਾਰਨ ਹੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਦੀ ਸਥਾਪਨਾ ਕੀਤੀ ਸੀ। ਸਰਵਰੀਏ ਨਿਗਾਹੇ ਜਾਣ ਤੋਂ ਪਹਿਲੋਂ ਪੱਖੋ ਕੇ ਸੁਲਤਾਨ ਦੇ ਚੇਲੇ ਫਤਿਹ ਦੀ ਕਬਰ 'ਤੇ ਹੋ ਕੇ ਜਾਂਦੇ ਸਨ। ਸੁਲਤਾਨ ਦੇ 3 ਮੁਖੀ ਸੇਵਕਾਂ ਦੀ ਔਲਾਦ ਪੂਜਾ ਲੈਂਦੀ ਸੀ। ਫਤਿਹ ਇਹਨਾਂ ਤਿੰਨਾਂ ਵਿੱਚੋਂ ਇੱਕ ਸੀ। ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ਾਂ ਨੇ ਸਿੱਖ ਸੰਗਤ ਨੂੰ ਸਰਵਰੀਆਂ ਦੇ ਚੁੰਗਲ 'ਚੋਂ ਕੱਢਿਆ। ਲੋਕਾਂ ਨੂੰ ਸਮਝਾਇਆ ਕਿ ਅਕਾਲ ਪੁਰਖ ਦੀ ਨਿਗਾਹ ਵਿੱਚ ਆਉਣਾ ਹੀ ਗੁਰ ਪੀਰ ਦੀ ਚਾਕਰੀ ਹੈ। ਉਸ ਦੀ ਰਜ਼ਾ ਵਿੱਚ ਰਹਿਣਾ ਹੀ ਉਸ ਦੀ ਮਿਹਰ ਦੀ ਨਿਗਾਹ ਹਾਸਲ ਕਰਨ ਲਈ ਪਹਿਲਾ ਕਦਮ ਹੈ। ਧਾਗੇ, ਤਵੀਤ ਜਾਂ ਰੋਟ ਚੜ੍ਹਾ ਕੇ ਭੁੰਜੇ ਸੌਣ ਨਾਲ ਅਕਾਲ ਪੁਰਖ ਦੀ ਮਿਹਰ 'ਤੇ ਪਾਤਰ ਨਹੀਂ ਬਣਿਆ ਜਾ ਸਕਦਾ। ਸੰਗਤ ਖਲਕਤ ਹੀ ਸੇਵਾ ਉਸ ਤੱਕ ਪੁੱਜਣ ਦਾ ਸਿੱਧਾ ਰਾਹ ਹੈ। ਸ਼ਬਦ ਨੂੰ ਪਛਾਣਨਾ ਹੀ ਅਸਲ ਕਰਮ ਹੈ। ਅਕਾਲ ਪੁਰਖ ਦੀ ਥਾਂ ਗੋਰ, ਮੜੀ, ਗੁੱਗਾ, ਮੱਠ, ਪੀਰਖਾਨੇ ਆਦਿ ਪੂਜਾ ਵਿਅਰਥ ਹੈ। ਗੁਰੂ ਅਰਜਨ ਦੇਵ ਜੀ ਦੇ ਪ੍ਰਮੁੱਖ ਸਿੱਖ ਭਾਈ ਮੰਝਨਾਂ ਦਾ ਪੂਰਾ ਨਾਂ ਤੀਰਥਾ ਸੀ। ਮੋਢੀ ਸੁਲਤਾਨੀਏ ਸਰਵਰੀਏ ਸਨ। ਭਾਈ ਗੁਰਦਾਸ ਜੀ 11ਵੀਂ ਵਾਰ ਭਾਈ ਮੰਝ ਨੂੰ ਪੁੰਨੂ ਜੱਟ ਕਰਕੇ ਲਿਖਦੇ ਸਨ। ਭਾਈ ਮਨੀ ਸਿੰਘ ਅਨੁਸਾਰ ਭਾਈ ਮੰਝ ਇੱਕ ਬਹੁਤ ਧਨੀ ਪੁਰਸ਼ ਸੀ। ਇਹਨਾਂ ਦਾ ਪਿੰਡ ਕੰਗ ਮਾਈ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਦੀਵਾਲਾ ਦੇ ਨਾਲ ਪੈਂਦਾ ਸੀ। ਭਾਈ ਮੰਝ ਦਾ ਇਲਾਕੇ ਵਿੱਚ ਬਹੁਤ ਅਸਰ ਰਸੂਖ ਸੀ। ਉਹਨਾਂ ਪਿੰਡ ਪਿੰਡ ਪੀਰਖਾਨੇ ਬਣਵਾਏ ਸਨ। ਭਾਈ ਮੰਝ ਨੇ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਸੁਣੀ ਹੋਈ ਸੀ।
ਇੱਕ ਦਿਨ ਗੁਰਬਾਣੀ ਦਾ ਕੀਰਤਨ ਸੁਣਿਆ ਤਾਂ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਦਾ ਚਾਅ ਜਾਗ ਗਿਆ। ਸੰਨ 1585 ਈਸਵੀ ਦੇ ਲਗਭਗ ਸਾਥੀਆਂ ਸਮੇਤ ਨਗਾਹੇ ਤੋਂ ਹੋ ਕੇ ਵਾਪਸ ਪਿੰਡ ਜਾ ਰਹੇ ਸਨ ਕਿ ਸ੍ਰੀ ਅੰਮ੍ਰਿਤਸਰ ਗੁਰੂ ਦਰਸ਼ਨ ਨੂੰ ਆਏ। ਇੱਥੇ ਸੇਵਾ ਰਹਿਣੀ ਬਹਿਣੀ ਕਥਨੀ ਕਰਨੀ ਦੇ ਕੇ ਧਰਤੀ ਤੇ ਸਤਿਯੁਗ ਪ੍ਰਤੱਖ ਡਿਠਾ। ਜਥੇ ਸਮੇਤ ਗੁਰੂ ਅਰਜਨ ਦੇਵ ਜੀ ਪਾਸ ਪੁੱਜੇ ਤੇ ਸਿੱਖੀ ਦੀ ਦਾਤ ਮੰਗੀ। ਗੁਰੂ ਜੀ ਨੇ ਫਰਮਾਇਆ ਕਿ ਸਿੱਖੀ ਖੰਡਿਓ ਤਿੱਖੀ ਤੇ ਨਾਲੋਂ ਵਿਖੀ ਗੁਰੂ ਜੀ ਨੇ ਫਰਮਾਇਆ ਕਿ ਸਿੱਖੀ ਖੰਡਿਓ ਤਿੱਖੀ ਤੇ ਵਾਲੋਂ ਨਿੱਕੀ ਹੈ ਤੇ ਇਸ ਦਾ ਮੂਲ ਨਿਮਰਤਾ ਹੈ। ਇੱਥੇ ਲੋਕ ਲਾਜ ਤਜਨੀ ਪਵੇਗੀ। ਹੋ ਸਕਦਾ ਹੈ ਚੌਧਰਪੁਣਾ ਵੀ ਨਾ ਰਹੇ, ਜਦ ਕਿ ਸਰਵਰ ਪੀਰ ਦਾ ਰਾਹ ਬੜਾ ਸੌਖਾ ਹੈ। ਜਦ ਮੰਝ ਨੇ ਹੱਠ ਕੀਤਾ ਤਾਂ ਗੁਰੂ ਜੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਉਸਨੇ ਪਿੰਡ ਜਾਂਦਿਆਂ ਹੀ ਪੀਰਖਾਨਾ ਢਾਹ ਦਿੱਤਾ ਤੇ ਧਰਮਸਾਲ ਦੀ ਉਸਾਰੀ ਆਰੰਭ ਕਰ ਦਿੱਤੀ। ਸਾਰੇ ਪਿੰਡ ਵਾਸੀ ਵਿਰੋਧੀ ਹੋ ਗਏ। ਕੁਦਰਤੀ ਤੌਰ 'ਤੇ ਉਸਦਾ ਮਾਲ ਡੰਗਰ ਵੀ ਮਰਨਾ ਸ਼ੁਰੂ ਹੋ ਗਿਆ, ਪਰ ਭਾਈ ਜੀ ਅਕਾਲ ਪੁਰਖ ਦੀ ਸੇਵਾ ਵਿੱਚ ਅਟਲ ਰਹੇ। ਸ਼ਿਕਾਇਤਾਂ ਕਾਰਨ ਉਸਦਾ ਚੌਧਰਪੁਣਾ ਵੀ ਜਾਂਦਾ ਰਿਹਾ। ਆਰਥਿਕ ਸੰਕਟ ਇੰਨਾ ਵੱਧ ਗਿਆ ਕਿ ਘਾਹ ਵੇਚ ਕੇ ਗੁਜ਼ਾਰਾ ਕਰਦੇ ਰਹੇ। ਹੁਣ ਅੰਮ੍ਰਿਤਸਰ ਆ ਗਏ ਅਤੇ ਮਾਨ ਅਭਿਮਾਨ ਛੱਡ ਕੇ ਸੇਵਾ ਵਿੱਚ ਜੁਟ ਗਏ। ਸਵੇਰੇ ਕਥਾ ਕੀਰਤਨ ਸੁਣਨ ਉਪਰੰਤ ਗੁਰੂ ਘਰ ਦੇ ਘੋੜਿਆਂ ਲਈ ਘਾਹ ਖੋਤ ਕੇ ਲਿਆਉਂਦੇ, ਜੰਗਲਾਂ ਵਿੱਚੋਂ ਲੰਗਰ ਲਈ ਲੱਕੜਾਂ ਕੱਟ ਕੇ ਲਿਆਉਂਦੇ, ਪ੍ਰਸ਼ਾਦਾ ਲੰਗਰ ਵਿੱਚੋਂ ਛਕ ਲੈਂਦੇ। ਕੁਝ ਦਿਨਾਂ ਬਾਅਦ ਗੁਰੂ ਜੀ ਨੇ ਪੁੱਛਿਆ ਕਿ ਪ੍ਰਸ਼ਾਦ ਕਿੱਥੋਂ ਛਕਦੇ ਹੋ? ਭਾਈ ਜੀ ਨੇ ਕਿਹਾ, ਲੰਗਰ ਵਿੱਚੋਂ। ਗੁਰੂ ਜੀ ਨੇ ਸੁਭਾਵਕ ਹੀ ਕਿਹਾ, ਇਹ ਤਾਂ ਫਿਰ ਮਜ਼ਦੂਰੀ ਦਾ ਮੁੱਲ ਹੀ ਵਟਣਾ ਹੋਇਆ। ਭਾਈ ਜੀ ਨੇ ਲੰਗਰ ਤੋਂ ਪ੍ਰਸ਼ਾਦਾ ਛਕਣਾ ਬੰਦ ਕਰ ਦਿੱਤਾ। ਲੰਗਰ ਵਿੱਚ ਲੱਕੜੀ ਉਸੇ ਤਰ੍ਹਾਂ ਲਿਆਉਂਦੇ ਰਹੇ। ਆਪਣੀ ਰੋਟੀ ਲਈ ਰਾਤ ਨੂੰ ਹੀ ਪੀਣ ਕਰਕੇ ਜੋ ਮਜ਼ਦੂਰੀ ਮਿਲਦੀ ਉਸ ਨਾਲ ਗੁਜ਼ਾਰਾ ਕਰਦੇ। ਇਸ ਕਰੜੀ ਕਾਰ ਨੇ ਧੰਨ ਸਿੱਖੀ ਕਰਵਾ ਦਿੱਤੀ। ਇੱਕ ਵਾਰ ਗੁਰੂ ਜੀ ਨੇ ਭਾਈ ਮੰਝ ਨੂੰ ਕਿਹਾ ਕਿ ਮੰਝ ਸਿੱਖ ਹੋ ਕੇ ਤੂੰ ਕੀ ਖੱਟਿਆ? ਚੌਧਰਪੁਣਾ ਗਿਆ, ਸੇਵਕ ਗਏ, ਗਰੀਬੀ ਆ ਗਈ। ਜਾਓ ਘਰ ਦੀ ਖਬਰ ਲੈ ਆਵੋ। ਸੁਣਿਆ ਹੈ ਘਰ ਕੋਠੇ ਵੀ ਜ਼ਬਤ ਹੋ ਗਏ ਹਨ। ਭਾਈ ਜੀ ਨੇ ਗੁਰੂ ਜੀ ਦੇ ਚਰਨ ਪਕੜ ਲਏ ਤੇ ਆਖਿਆ, ਮਹਾਰਾਜ, ਚਰਨਾਂ ਨਾਲੋਂ ਵਿਛੋੜਨ ਦੀ ਗੱਲ ਨਾ ਕਰਨਾ। ਤੁਸੀਂ ਹੀ ਤਾਂ ਆਖਦੇ ਹੋ ਕਿ ਸੁਪਨੇ ਦਾ ਧਨ ਜਾਏ ਤਾਂ ਕੀ ਘਟ ਜਾਂਦਾ ਹੈ। ਸੱਚਾ ਧਨ ਤਾਂ ਲੱਭ ਹੀ ਗਿਆ ਹੈ। ਜਿਸ ਨੂੰ ਕੋਈ ਚਾਰ ਨਹੀਂ ਚੁਰਾ ਸਕਦਾ, ਰਾਜਾ ਵੀ ਨਹੀਂ ਖੋ ਜਿਸ ਨੂੰ ਕੋਈ ਚੋਰ ਨਹੀਂ ਚੁਰਾ ਸਕਦਾ, ਰਾਜਾ ਵੀ ਨਹੀਂ ਖੋ ਸਕਦਾ। ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਇੱਕ ਦਿਨ ਭਾਈ ਜੀ ਲੱਕੜਾਂ ਕੱਟ ਰਹੇ ਸਨ ਕਿ ਜ਼ੋਰ ਦੀ ਹਨੇਰੀ ਝੱਖੜ ਝੁੱਲਣ ਲੱਗਾ। ਭਾਈ ਜੀ ਰਸਤਾ ਭੁੱਲ ਗਏ ਤੇ ਸੁਲਤਾਨਵਿੰਡ ਦੇ ਇੱਕ ਖੂਹ ਵਿੱਚ ਜਾ ਡਿੱਗੇ। ਉਹਨਾਂ ਲੱਕੜਾਂ ਨੂੰ ਆਪਣੇ ਸਿਰ 'ਤੇ ਹੀ ਚੁੱਕੀ ਰੱਖਿਆ ਤੇ ਉੱਚੀ ਉੱਚੀ ਬਾਣੀ ਪੜ੍ਹਦੇ ਰਹੇ। ਬਾਣੀ ਦੀ ਆਵਾਜ਼ ਸੁਣ ਕੇ ਕੁਝ ਲੋਕਾਂ ਨੇ ਗੁਰੂ ਜੀ ਨੂੰ ਸੂਚਿਤ ਕੀਤਾ। ਗੁਰੂ ਜੀ ਨੰਗੇ ਪੈਰੀ ਆਏ। ਉੱਤੋਂ ਆਵਾਜ਼ ਦਿੱਤੀ ਕਿ ਲੱਕੜਾਂ ਸੁੱਟ ਕੇ ਉੱਪਰ ਆ ਜਾਓ। ਭਾਈ ਜੀ ਨੇ ਕਿਹਾ ਕਿ ਪਹਿਲਾਂ ਲੱਕੜਾਂ ਕੱਢੋ, ਫਿਰ ਮੈਂ ਵੀ ਆ ਜਾਵਾਂਗਾ। ਖੂਹ ਦੀ ਮਣ ਕੋਲ ਗੁਰੂ ਜੀ ਨੂੰ ਖੜ੍ਹਾ ਦੇਖ ਕੇ ਭਾਈ ਮਨ ਚਰਨਾਂ ਨਾਲ ਲਿਪਟ ਗਏ। ਗੁਰੂ ਜੀ ਨੇ ਛਾਤੀ ਨਾਲ ਲਾਇਆ ਅਤੇ ਫਰਮਾਇਆ, ਤੁਹਾਡੀ ਘਾਲ ਥਾਏ ਪਈ ਹੈ, ਕੁਝ ਮੰਗੋ। ਭਾਈ ਜੀ ਨੇ ਕਿਹਾ ਕਿ ਗਰੀਬ ਨਿਵਾਜ, ਤੁਸੀਂ ਸਭ ਕੁਝ ਪਹਿਲਾਂ ਹੀ ਦੇ ਰਹੇ ਹੋ, ਹੁਣ ਇਹ ਵੀ ਦਾਨ ਦੇ ਦਿਓ ਕਿ ਮੰਗਣ ਦੀ ਭੁੱਖ ਹੀ ਨਾ ਉਪਜੇ। ਗੁਰੂ ਜੀ ਦਾ ਉੱਤਰ ਸੀ ਕਿ ਇੰਝ ਹੀ ਹੋਵੇਗਾ, ਫਿਰ ਵੀ ਆਪ ਕੁਝ ਮੰਗ ਲਵੋ। ਭਾਈ ਜੀ ਨੇ ਕਿਹਾ ਕਿ ਇੰਨਾ ਔਖਾ ਪਰਚਾ ਨਾ ਪਾਇਆ ਕਰੋ, ਸਿੱਖਾਂ ਨੂੰ ਇੰਨਾ ਕਸ਼ਟ ਨਾ ਮਿਲੇ। ਗੁਰੂ ਜੀ ਨੇ ਹਾਂ ਵਿੱਚ ਜਵਾਬ ਦਿੰਦਿਆਂ ਫਰਮਾਇਆ, ਤੂੰ ਵੀ ਤਾਂ ਕੁਝ ਮੰਗ। ਭਾਈ ਜੀ ਨੇ ਨਿਮਰਤਾ ਵਿੱਚ ਆਖਿਆ, ਆਪ ਜੀ ਦੇ ਚਰਨਾਂ ਦਾ ਧਿਆਨ ਤੇ ਸਤਿਨਾਮ ਦਾ ਸਿਮਰਨ ਕਦੇ ਨਾ ਭੁੱਲਾਂ। ਮਿਹਰਾਂ ਦੇ ਦਾਤੇ, ਸਿਦਕਦਾਨ ਦੀ ਬਖਸ਼ਿਸ਼ ਕਰੋ। ਇਹ ਸੁਣ ਕੇ ਗੁਰੂ ਜੀ ਵਜਦ ਵਿੱਚ ਆ ਗਏ ਤੇ ਫਰਮਾਇਆ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਭਾਵ ਜੋ ਮੰਝ ਦੀ ਘਾਲਣਾ ਨੂੰ ਜਾਣ ਲਵੇਗਾ, ਉਹ ਇਸ ਭਵ ਸਾਗਰ ਤੋਂ ਪਾਰ ਹੋਵੇ ਜਾਵੇਗਾ। ਭਾਈ ਮੰਝ ਜੀ ਦੀ ਪ੍ਰੋੜ ਨਿਮਰਤਾ, ਸਿੱਖੀ, ਸਿਦਕ, ਅਜਾਚੀਪੁਣਾ ਤੇ ਲੋਕ ਭਲਾਈ ਦੀ ਲਗਨ ਦੇ ਕਾਰਨ ਗੁਰੂ ਜੀ ਨੇ ਦੁਆਬੇ ਵਿੱਚ ਪ੍ਰਚਾਰ ਕਰਨ ਦੀ ਸੇਵਾ ਬਖਸ਼ੀ। ਮਹਾਨ ਕੋਸ਼ ਅਨੁਸਾਰ ਭਾਈ ਜੀ ਨੇ ਇਲਾਕੇ ਵਿੱਚ ਐਸਾ ਲੰਗਰ ਚਲਾਇਆ ਕਿ ਧੁੰਮਾਂ ਪੈ ਗਈਆਂ। ਨਾਮ ਦਾ ਇੰਨਾ ਛੱਟਾ ਦਿੱਤਾ ਕਿ ਘਰ ਘਰ ਧਰਮਸਾਲ ਬਣ ਗਈ। ਗੁਰੂ ਜੀ ਜਦ 1596 ਈਸਵੀ ਵਿੱਚ ਦੁਆਬੇ ਵਿੱਚ ਵਿਚਰੇ ਤਾਂ ਭਾਈ ਜੀ ਦੇ ਪਿੰਡ ਕੰਗ ਮਾਈ ਉਚੇਚੇ ਤੌਰ 'ਤੇ ਗਏ ਅਤੇ ਉਹਨਾਂ ਦੇ ਪ੍ਰਚਾਰ ਦੀ ਬਹੁਤ ਉਪਮਾ ਕੀਤੀ। ਭਾਈ ਬਹਿਲੋ ਮਾਲਵਾ, ਭਾਈ ਮੰਝ ਦੁਆਬਾ, ਭਾਈ ਚੌਧਰੀ ਲੰਗਾਹ ਮਾਝਾ ਵਿੱਚ ਸਿੱਖੀ ਦੇ ਥੰਮ੍ਹ ਸਨ। ਭਾਈ ਮੰਝ ਜੀ ਦਾ ਉਹਨਾਂ ਦੇ ਪਿੰਡ ਹੀ ਅਕਾਲ ਚਲਾਣਾ ਹੋਇਆ ਅਤੇ ਸਮਾਧ ਬਣੀ, ਜਿੱਥੇ ਲੰਗਰ ਚੱਲਦੇ ਰਹਿੰਦੇ ਸਨ। ਭੱਟ ਬਾਣੀ ਵਿੱਚ ਗੁਰੂ ਜੀ ਨੂੰ ਪ੍ਰਤੱਖ ਹਰ ਕਰਕੇ ਮੰਨਿਆ ਗਿਆ ਹੈ। ਭਾਈ ਸੰਤੋਖ ਸਿੰਘ ਅਨੁਸਾਰ ਗੁਰੂ ਜੀ ਦੇ ਵਾਕ ਮਿਥਿਹਾਸਿਕ ਅਰਜਨ ਦੇ ਤੀਰਾਂ ਵਾਂਗ ਸਨ, ਪਰ ਨਾਲ ਹੀ ਉਹ ਕਹਿੰਦੇ ਸਨ, ਨਹੀਂ, ਪੰਚਮ ਪਾਤਸ਼ਾਹ ਦੇ ਵਾਕ ਗੁਰੂ ਅਰਜਨ ਦੇਵ ਜੀ ਦੇ ਵਾਕ ਅਰਜਨ ਦੇ ਤੀਰਾਂ ਤੋਂ ਸ੍ਰੇਸ਼ਟ ਸਨ। ਉਹ ਮਾਰਦੇ ਸਨ, ਇਹ ਜਿਵਾਲਦੇ ਹਨ।
ਉਹ ਦੁਸ਼ਮਣ ਨੂੰ ਪਛਾੜਦੇ ਸਨ। ਇਹ ਵਿਕਾਰ ਬਿਰਤੀ ਨੂੰ ਮਾਰਦੇ ਹਨ ਅਤੇ ਨਾਲ ਹੀ ਜੀਵਨ ਦਾਨ ਵੀ ਦਿੰਦੇ ਹਨ। ਭੱਟਾਂ ਦੇ ਕਥਨ ਅਨੁਸਾਰ ਗੁਰੂ ਚਰਨਾਂ ਹੇਠ ਵਗਦੀ ਗੰਗਾ ਵਿੱਚ ਸਿੱਖ ਸੰਗਤਾਂ ਅਸੀਸਾਂ ਬਖਸ਼ਿਸ਼ਾਂ ਅਤੇ ਬਰਕਤਾਂ ਲੈ ਰਹੀਆਂ ਸਨ। ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ। ਕਿਸੇ ਦੀ ਸੁੱਕੀ ਜੜ ਹਰੀ ਹੁੰਦੀ, ਕਿਸੇ ਦੀ ਪਸ਼ੂ ਬਿਰਤੀ ਹਟਦੀ, ਕੋਈ ਸਰੀਰਕ ਰੋਗਾਂ ਤੋਂ ਮੁਕਤ ਹੁੰਦਾ, ਕੋਈ ਨਾਮ ਨਾਲ ਜੁੜਦਾ, ਕੋਈ ਜੀਵਨ ਮੁਕਤ ਹੁੰਦਾ, ਕਿਸੇ ਨੂੰ ਸ਼ਾਂਤੀ ਅਤੇ ਧੀਰਜ ਦੀ ਦਾਤ ਮਿਲਦੀ, ਹੰਕਾਰ ਮਰਦਾ, ਮਮਤਾ ਮੁੱਕਦੀ, ਸੰਗਤ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਕਰਨ ਦੀ ਜਾਚ ਸਿੱਖਦੀ। ਭਾਈ ਗੁਰਦਾਸ ਜੀ ਨੇ 11ਵੀਂ ਵਾਰ ਵਿੱਚ ਅਨੇਕ ਸਿੱਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਗੁਰੂ ਅਰਜਨ ਦੇਵ ਜੀ ਕੋਲੋਂ ਜੀਵਨ ਜਾਚ ਸਿੱਖੀ। ਗੁਰੂ ਜੀ ਕੋਲ ਹਰ ਜਾਤੀ ਧਰਮ ਪ੍ਰਾਂਤ ਆਦਿ ਦੇ ਢੁੰਡਾਓ ਆਉਂਦੇ ਅਤੇ ਸਿੱਖੀ ਦੀ ਦਾਤ ਪ੍ਰਾਪਤ ਕਰਦੇ। ਇੱਕ ਵਾਰ ਆਗਰੇ ਦੀ ਸੰਗਤ ਗੁਰੂ ਜੀ ਕੋਲ ਵਿਦਾ ਹੋਣ ਲੱਗੀ ਤਾਂ ਉਹਨਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਬੈਰਾਗੀ ਜੋਗੀ ਸੰਨਿਆਸੀ ਕਹਿੰਦੇ ਹਨ ਕਿ ਤੁਹਾਨੂੰ ਜੀਵਨ ਜੁਗਤ ਨਹੀਂ ਆਉਂਦੀ। ਗੁਰੂ ਜੀ ਨੇ ਫਰਮਾਇਆ, ਚੰਗਾ ਗ੍ਰਹਿਸਥੀ ਹੀ ਭੁੱਖੇ ਅਤੇ ਨੰਗੇ ਨੂੰ ਰੋਟੀ ਅਤੇ ਕੱਪੜਾ ਦੇ ਸਕਦਾ ਹੈ। ਬੈਰਾਗੀ ਜੋਗੀ ਅਤੇ ਸੰਨਿਆਸੀ ਆਪ ਮੰਗਦੇ ਫਿਰਦੇ ਹਨ। ਪਰ ਯਾਦ ਰੱਖਣਾ, ਗ੍ਰਹਿਸਥੀ ਵਿੱਚ ਦਇਆ ਦ੍ਰਿਸ਼ਟੀ ਮੈਤਰੀ ਭਾਵ ਅਤੇ ਪ੍ਰਸੰਨਚਿੱਤ ਹੋਣ ਦੇ ਗੁਣ ਹੋਣੇ ਚਾਹੀਦੇ ਹਨ। ਪਰ ਯਾਦ ਰੱਖੋ ਕਿ ਜੇ ਕੋਈ ਤੁਹਾਡੇ ਨਾਲ ਜਾਣ ਬੁੱਝ ਕੇ ਰੇੜਕਾ ਪਾਉਂਦਾ ਹੈ ਅਤੇ ਤੁਹਾਡੇ ਕੋਲੋਂ ਕੀਤੇ ਗੁਣ ਵੀ ਭੁੱਲ ਗਿਆ ਹੈ ਤਾਂ ਅਜਿਹੀ ਹਾਲਤ ਵਿੱਚ ਓਪਰਾਪਨ ਵਾਲਾ ਸੁਭਾਅ ਬਣਾ ਲੈਣਾ ਹੀ ਉਚਿਤ ਹੈ, ਅਰਥਾਤ ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਉਚਿਤ ਹੈ। ਇੱਕ ਵਾਰ ਭਾਈ ਅਜਬ, ਭਾਈ ਅਜੈਬ ਅਤੇ ਭਾਈ ਉਮਰ ਸ਼ਾਹ ਨਾਂ ਦੇ ਮਸੰਦ ਜੋ ਸਿੱਖੀ ਦਾ ਪ੍ਰਚਾਰ ਕਰਦੇ ਦਸਵੰਧ ਦੀ ਰਕਮ ਇਕੱਠੀ ਕਰਦੇ ਸਨ, ਗੁਰੂ ਜੀ ਪਾਸ ਆਏ।